ਉਹਦੇ ਵਾਸਤੇ ਦਿੱਲੀ 'ਚ ਅਗਰ ਕਿਸੇ ਤੁਸੀਂ ਅਗਰ ਇੱਥੇ ਲਿਆ ਕੇ ਉਹਨੂੰ ਸਾਹਮਣੇ ਰੱਖ ਕੇ ਕੀ ਇਹ ਤੋਂ ਪ੍ਰਾਪਤ ਕਰਨਾ ਚਾਹੁੰਦੇ ਸੋ ਹਰਵਿੰਦਰ ਸਿੰਘ ਚਾਵਲਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਸਿੱਖ ਸੰਗਤ ਨਿਊਜ਼ ਤੇ ਸਿੱਖ ਸਿੰਘ ਉੱਤਰਾਖੰਡ ਦੇ ਫੇਸਬੁੱਕ ਪੇਜ ਤੇ ਸਿੱਧਾ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਜਿਹੜਾ ਪੋਸਟਰ ਲੱਗਾ ਇੱਥੇ ਕਿਸਾਨ ਜਿਹੜੇ ਨੇ ਉਹ ਇਕੱਠੇ ਹੋਏ ਨੇ। ਕਹਿੰਦੇ ਆ ਕਿ ਉਹਨਾਂ ਦੇ ਪੋਸਟਰ ਤੇ ਜਿਹੜੀ ਹੈ ਕਾਲੀ ਪੋਤ ਨਹੀਂ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਖਿਰ ਕਿਉਂ ਹੈ, ਕਿਉਂ ਰੋਸ਼ ਹੈ, ਕਰਨ ਦੀ ਕੋਸ਼ਿਸ਼ ਕਰਾਂਗੇ। ਸਾਰੇ ਕਿਸਾਨ ਇੱਥੇ ਜੁੜੇ ਹੋਏ ਨੇ ਤੇ ਗੱਲਬਾਤ ਕਰਨ ਦੀ। ਭਾਜੀ ਇੱਧਰ ਆਏ, ਕੁਛ ਸਾਡੇ ਨਾਲ ਨੌਜਵਾਨ ਜੁੜੇ। ਭਾਜੀ ਕੀ ਕਾਰਨ ਹੈ, ਕਿਉਂ ਕਾਲਕ ਪੋਤ ਰਹੇ ਹੋ? ਵੇਖੋ ਜੀ, ਗਦਰਪੁਰ ਦੀ ਸਾਰੀ ਸਿੱਖ ਸੰਗਤ ਵੱਲੋਂ ਜਿਹੜਾ ਮਨਜਿੰਦਰ ਸਿੰਘ ਸਿਰਸਾ ਨੇ ਪਹਿਲਾਂ ਕਿਸਾਨਾਂ ਦੇ ਵਿੱਚ ਆ ਕੇ ਮੋਰਚੇ ਦੇ ਵਿੱਚ ਆਪਣੀ ਛਵੀ ਬਣਾ ਕੇ ਤੇ ਜਿਹੜੇ ਇੱਕ ਉਹ ਪੰਛੀ ਨੂੰ ਸ਼ਿਕਾਰੀ ਭੇਜਦਾ ਹੈ ਨਾ ਜੀ, ਵੀ ਇਹਦੇ ਨਾਲ ਦੇ ਸਾਰੇ ਪੰਛੀਆਂ ਨੂੰ ਜੋੜ ਲਏ, ਜਿਹਨੂੰ ਬਟੇਰ ਕਹਿੰਦੇ ਨੇ, ਉਹ ਸਿਰਸਾ ਸਰਕਾਰ ਦਾ ਉਹ ਪੰਛੀ ਬਣ ਕੇ ਆਇਆ ਤੇ ਸਰਕਾਰ ਨੇ ਸੋਚਿਆ ਹੁਣ ਸਾਡੀ ਸ਼ਰਨ ਵਿੱਚ ਆ ਜਾਏਗਾ ਤੇ ਜਿੰਨੇ ਇਹਦੇ ਨਾਲ ਦੇ ਪੰਛੀ ਨੇ, ਜਿੰਨੇ ਵੀ ਸਿੱਖ ਸੰਗਤ ਹੈ, ਇਸ ਤਰ੍ਹਾਂ ਵਾਪਸ ਆ ਜਾਏਗੀ। ਇਹ ਸਰਕਾਰ ਦੀ ਬਹੁਤ ਵੱਡੀ ਸਾਜ਼ਿਸ਼। ਤੁਹਾਡਾ ਵਿਰੋਧ ਸਿਰਸੇ ਨਾਲ ਹੈ ਜਾਂ ਬੀਜੇਪੀ ਦੇ ਨਾਲ ਹੈ? ਸਾਡਾ ਵਿਰੋਧ ਬੀਜੇਪੀ ਦੇ ਨਾਲ ਹੈ ਤੇ ਜਿਹੜੇ ਸਾਡੇ ਸਿੱਖ ਵੀਰ ਆਪਣੇ ਧਰਮ ਨੂੰ ਭੁੱਲ ਕੇ ਕਿਸਾਨਾਂ ਦੇ 700 ਲਾਸ਼ਾਂ ਆ ਗਈਆਂ, ਉਹਨਾਂ ਨੂੰ ਭੁੱਲ ਕੇ ਸਰਕਾਰ ਦੀ ਚੋਲੀ ਵਿੱਚ ਬੈਠਣਗੇ। ਨਹੀਂ, ਆਰੋਪ ਤਾਂ ਤੁਹਾਡੇ ਤੇ ਵੀ ਲੱਗੇ, ਤੁਸੀਂ ਵੀ ਬੀਜੇਪੀ ਦੀ ਰੈਲੀ ਜਾਂਦੇ ਰਹੇ ਹੋ। ਅਰਵਿੰਦ ਪਾਂਡੇ ਜਿਹੜੇ ਇੱਥੇ ਸਿੱਖਿਆ ਮੰਤਰੀ, ਉਹਨਾਂ ਦੇ ਨਾਲ ਤੁਹਾਡੀ ਰੈਲੀਆਂ ਦੇ ਫੋਟੋਆਂ ਹੈਗੀਆਂ, ਇਹ ਤਾਂ ਤੁਸੀਂ ਗੱਦਾਰ ਹੋ ਗਏ। ਵੇਖੋ ਜੀ, ਅਸੀਂ ਜਦੋਂ ਸਪਸ਼ਟ ਰੂਪ ਤੇ ਕਹਿੰਦੇ ਆ, ਅਸੀਂ ਬੀਜੇਪੀ ਦੇ ਸਭ ਤੋਂ ਵੱਡੇ ਇਸ ਗੜ੍ਹ ਦੇ ਵਿੱਚ, ਗਦਰਪੁਰ ਦੇ ਵਿੱਚ, ਤਰਾਈ ਦੇ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਅਸੀਂ ਕੀਤਾ। ਨਹੀਂ, ਤੁਹਾਡੀ ਫੋਟੋਆਂ ਵਾਇਰਲ ਹੋਈਆਂ ਨੇ, ਤੁਸੀਂ ਬੀਜੇਪੀ ਦੇ ਵੱਡੀ ਰੈਲੀ ਸ਼ਾਮਲ ਹੋਏ ਹੋ, ਮੰਚ ਤੇ ਬੈਠ ਕੇ ਤੁਹਾਨੂੰ ਸਨਮਾਨਿਤ ਕੀਤਾ ਗਿਆ, ਫਿਰ ਤੁਸੀਂ ਉਹ ਰੈਲੀ 'ਚ ਕਿਉਂ ਸ਼ਾਮਲ ਹੋਏ ਹੋ? ਨਾ ਤੇ ਮੈਂ ਕਿਸੇ ਰੈਲੀ 'ਚ ਗਿਆ, ਨਾ ਮੈਨੂੰ ਸਨਮਾਨਿਤ ਕੀਤਾ ਗਿਆ। ਇੱਕ ਸਕੂਲ ਦੇ ਉਦਘਾਟਨ ਵਿੱਚ ਅਰਦਾਸ ਕਰਨ ਲਈ ਧਾਰਮਿਕ ਸ਼ਖਸੀਅਤ ਹੋਣ ਕਰਕੇ ਉੱਥੇ ਬੱਚਿਆਂ ਦਾ ਐਜੂਕੇਸ਼ਨ ਫੀਲਡ ਦਾ ਪ੍ਰੋਗਰਾਮ ਸੀ। ਅੱਜ ਤੁਸੀਂ ਬੀਜੇਪੀ ਦਾ ਬਹੁਤ ਵੱਡਾ ਵਿਰੋਧ ਕਰ ਰਹੇ ਹੋ, ਲੇਕਿਨ ਤੁਹਾਡੇ ਕੋਲ ਆਪਸ਼ਨ ਕੀ ਹੈ? ਕਿਸਾਨ ਕਿਹੜੇ ਪਾਸੇ ਜਾਣ, ਕਿਹੜੀ ਪਾਰਟੀ ਠੀਕ ਹੈ? ਵੇਖੋ ਜੀ, ਪਾਰਟੀਬਾਜ਼ੀ ਨੂੰ ਛੱਡ ਕੇ ਸਾਡਾ ਵਿਰੋਧ ਬੀਜੇਪੀ ਨਾਲ ਇੱਕ ਤਾਂ ਧਾਰਮਿਕ ਹੋਣ ਕਰਕੇ, ਜਿਹੜਾ ਆਰਐਸਐਸ ਸਿੱਖ ਸਮਾਜ ਉੱਤੇ ਲਗਾਤਾਰ ਹਮਲੇ ਕਰ ਰਹੀ ਹੈ, ਭਾਵੇਂ ਉਹ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਹੋਏ, ਚਾਹੇ ਗੁਰੂ ਗੋਬਿੰਦ ਸਿੰਘ ਦਾ ਭਗਵਾਕਰਨ ਹੋਏ, ਤੇ ਦੂਜਾ ਜਿਹੜਾ ਕਿਸਾਨਾਂ ਨਾਲ 700 ਲਾਸ਼ਾਂ ਆਈਆਂ ਨੇ, ਕਿਸੇ ਦੇ ਘਰ ਦਾ ਇੱਕ ਜੀ ਖਤਮ ਹੋ ਜਾਏ ਕਈ ਸਾਲ ਤੱਕ ਤੇ ਬੰਦਾ ਉਹਨਾਂ ਨੂੰ ਨਹੀਂ ਭੁੱਲਦਾ, ਤੇ ਉਹਨਾਂ ਨੂੰ ਅਸੀਂ ਕਿਵੇਂ ਭੁੱਲ ਜਾਵਾਂਗੇ ਜਿਹੜੀ ਪੰਜਾਬ ਵਿੱਚ ਲਾਸ਼ਾਂ ਆਈਆਂ ਨੇ। ਉੱਤਰਾਖੰਡ ਦੇ ਵਿੱਚ ਸਾਡਾ ਨਵਰੀਤ ਜਿਹੜਾ ਹੈ 26 ਜਨਵਰੀ ਨੂੰ ਸ਼ਹੀਦ ਹੋਇਆ। ਇਸ ਰੋਸ਼ ਤੋਂ ਬਾਅਦ ਮੈਂ ਕੀ ਜਿੰਨੇ ਵੀ ਗਦਰਪੁਰ ਦੇ ਸਿੱਖ ਨੌਜਵਾਨ ਨੇ, ਸਾਰਿਆਂ ਨੇ ਬੀਜੇਪੀ ਦਾ ਡਟ ਕੇ ਵਿਰੋਧ ਕੀਤਾ, ਬੈਰੀਕੇਡ ਤੋੜ ਕੇ ਦਿੱਲੀ ਪਹੁੰਚੇ ਨੇ। ਤੇ ਚਾਹੇ ਕੋਈ ਤੁਹਾਡੇ ਹਿਸਾਬ ਨਾਲ ਜਿਹੜੇ ਬੀਜੇਪੀ ਦੇ ਸਮਰਥਨ ਕਰ ਰਹੇ ਨੇ ਸਾਰੇ ਗੱਦਾਰ ਨੇ? ਵੇਖੋ ਜੀ, ਸਿੱਖ ਪੰਥ ਦੇ ਨਜ਼ਰ 'ਚ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਭੁੱਲ ਕੇ ਜੇ ਕੋਈ ਸਿੱਖ ਦਸਤਾਰਧਾਰੀ ਬੀਜੇਪੀ ਦੀ ਗੋਦ ਵਿੱਚ ਬੈਠਾ ਹੈ, ਉਹ ਸਿੱਖ ਪੰਥ ਦਾ ਸਭ ਤੋਂ ਵੱਡਾ ਕਲੰਕ ਹੈ। ਫਿਰ ਤੁਸੀਂ ਕਿਹਨੂੰ ਕਹੋਗੇ ਵੀ ਠੀਕ ਪਾਰਟੀ ਕਿਹੜੀ? ਕਾਂਗਰਸ ਤੇ 84 ਦਾ ਇਲਜ਼ਾਮ ਲੱਗਾ ਵੀ ਕਾਂਗਰਸ ਤੇ 84 ਦਾ ਬਹੁਤ ਵੱਡਾ ਇਲਜ਼ਾਮ। ਮੈਂ ਇੱਕ ਬਹੁਤ ਵੱਡੀ ਗੱਲ ਅੱਜ ਕੈਮਰੇ ਸਾਹਮਣੇ ਆਖਾਂਗਾ, ਕਾਂਗਰਸ ਨੇ 1984 ਵਿੱਚ ਸਿੱਖਾਂ ਨੂੰ ਮਾਰਿਆ ਸੀ, ਪਰ ਬੀਜੇਪੀ ਆਰਐਸਐਸ ਅੱਜ ਸਿੱਖੀ ਨੂੰ ਮਾਰ ਰਹੀ। ਸਭ ਦੇ ਆਪੋ ਆਪਣੇ ਵਿਚਾਰ ਗੱਲਬਾਤ ਕਰਨ ਦੀ ਹੋਰ ਵੀ ਕੋਸ਼ਿਸ਼ ਕਰਾਂਗੇ। ਸਿੱਖ ਸੰਗਠਨ ਜਿਹੜਾ ਉੱਤਰਾਖੰਡ ਦਾ ਬਹੁਤ ਐਕਟਿਵ ਰਹਿੰਦਾ ਹੈ, ਸਿੱਖਾਂ ਦੇ ਇਸ਼ੂ ਤਰਾਈ ਕਿਸਾਨ ਸੰਗਠਨ ਦੇ ਵੀ ਅਹਿਮ ਮੈਂਬਰ ਨੇ ਸਲਵਿੰਦਰ ਸਿੰਘ ਕਲਸੀ ਸਾਹਿਬ ਜੀ, ਇਹ ਵੀ ਇੱਥੇ ਪਹੁੰਚੇ ਨੇ। ਜਿਹੜਾ ਮਨਜਿੰਦਰ ਸਿੰਘ ਸਿਰਸਾ ਨੂੰ ਕਾਲੀ ਪੋਤੀ ਜਾਣੀ, ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ। ਕਲਸੀ ਸਾਹਿਬ, ਵਾਹਿ ਖਾਲਸਾ ਵਾਹਿ ਫਤਿਹ। ਭਾਈ ਜੀ ਫਤਿਹ ਮਹਾਰਾਜ। ਕਲਸੀ ਸਾਹਿਬ ਜੀ, ਰੋਸ਼ ਬਹੁਤ ਪਾਇਆ ਜਾ ਰਿਹਾ, ਕਾਰਨ ਕੀ ਹੈ? ਹੁਣ ਤਾਂ ਸਾਰੇ ਮਸਲੇ ਹੱਲ ਹੋ ਗਏ ਨੇ, ਜਿਹੜੀਆਂ ਮੰਗਾਂ ਸੀ ਕਿਸਾਨਾਂ ਦੀਆਂ ਸਾਰੀ ਮੰਨ ਲਈਆਂ ਗਈਆਂ ਨੇ, ਤੁਸੀਂ ਇਹ ਵਿਰੋਧ ਬੀਜੇਪੀ ਦਾ ਕਰ ਰਹੇ ਹੋ, ਸਿਰਸੇ ਦਾ ਕਰ ਰਹੇ ਹੋ? ਦੇਖੋ ਜੀ, ਫਿਲਹਾਲ ਤਾਂ ਦੋਵਾਂ ਦਾ ਵਿਰੋਧ ਹੈ। ਲਖੀਮਪੁਰ ਵਾਲੀ ਘਟਨਾ ਦਾ ਅਜੇ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ। ਉਹ ਮੰਤਰੀ ਅੱਜ ਵੀ ਇਹਨਾਂ ਦੇ ਨਾਲ ਕਿਤੇ ਨਾ ਕਿਤੇ ਸਰਕਾਰ 'ਚ ਖਲੋਂਦਾ ਹੈ। ਅਗਰ ਇਹ ਮੰਤਰੀ ਨੂੰ ਸਸਪੈਂਡ ਨਹੀਂ ਕਰਦੇ ਤੇ ਸਾਡੇ ਬੰਦਿਆਂ ਨੂੰ ਉੱਥੇ ਜੋੜਨਾ ਚਾਹੁੰਦੇ, ਹੁਣ ਉਹਦੀ ਕੀ ਪਰੇਸ਼ਾਨੀ? ਉਹ ਕੋਈ ਕਰਪਸ਼ਨ ਦੇ ਚਾਰਜਿਸ ਵੀ ਹੈਗੇ ਸਿਰਸਾ ਸਾਹਿਬ ਤੇ, ਸ਼ਾਇਦ ਉਹਦੇ, ਕਿਉਂਕਿ ਜਿਹੜੇ ਜਿੰਨੇ ਵੀ ਦੂਜੀ ਪਾਰਟੀਆਂ 'ਚੋਂ ਜਿਹੜੇ ਮੁੱਖ ਬੰਦੇ ਉੱਧਰ ਜਾਂਦੇ ਨੇ, ਉਹ ਮੋਸਟਲੀ ਉਹਨੂੰ ਇਹ ਈਡੀ ਦਾ ਦਬਾਅ ਜਾਂ ਉਹਨਾਂ ਤੇ ਦਿੱਤੇ ਗਏ ਕਰਪਸ਼ਨ ਦੇ ਚਾਰਜਿਸ ਦੇ ਨਾਲ ਉਹਨਾਂ ਨੂੰ ਜੇਲ੍ਹ ਪਾਉਣ ਦੀ ਧਮਕੀ ਦਿੰਦੇ, ਤੇ ਫਿਰ ਉਹਦੀ ਮਜਬੂਰੀ ਹੋ ਜਾਂਦੀ ਆ। ਸਿਰਸਾ ਸਾਹਿਬ ਬਾਰੇ ਵੀ ਇਹੋ ਜਿਹਾ ਸੁਣਿਆ ਜਾ ਰਿਹਾ ਹੈ, ਲੇਕਿਨ ਮੇਰੇ ਹਿਸਾਬ ਨਾਲ ਉਹਨਾਂ ਨੇ ਆਪਣੀ ਬਕਾਇਦਾ ਬਿਆਨ ਜ਼ਾਹਿਰ ਕੀਤਾ ਹੈ ਕਿ ਉਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਹੈ। ਕੋਈ ਉਹ ਕਹਿੰਦੇ ਆ ਕਿ ਸਿੱਖਾਂ ਦੇ ਕਈ ਮਸਲੇ ਜਿਹੜੇ ਹੱਲ ਨਹੀਂ ਕਰਾ ਪਾ ਰਹੇ, ਭਾਵੇਂ ਹਰਿਦੁਆਰ ਵਾਲਾ ਮਸਲਾ ਹੈ, ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਭਾਵੇਂ ਗੁਰਦੁਆਰਾ ਡਾਂਗਮਾਰ ਸਾਹਿਬ ਹੈ, ਹੋਰ ਕਈ ਇਸ਼ੂ ਤੋਂ ਲੈ ਕੇ ਉਹਨਾਂ ਨੇ ਚਰਚਾ ਕੀਤੀ ਕਿ ਉਹ ਇਹਨਾਂ ਨੂੰ ਮਸਲਿਆਂ ਨੂੰ ਹੁਣ ਹੱਲ ਕਰਾਉਣਗੇ ਬੜੀ ਛੇਤੀ। ਠੀਕ ਹੈ, ਜਿੱਦਣ ਉਹ ਹੱਲ ਕਰਾ ਲੈਣਗੇ ਉਦੋਂ ਅਸੀਂ ਸੋਚਾਂਗੇ, ਉਹਨਾਂ ਦਾ ਧੰਨਵਾਦ ਅਸੀਂ ਕਰ ਦਿਆਂਗੇ। ਸਿੱਖਾਂ ਦੇ ਤਾਂ ਫਿਰ ਮਸਲੇ ਬਹੁਤ ਨੇ। ਅਨੰਦਪੁਰ ਸਾਹਿਬ ਪ੍ਰਸਤਾਵ ਵੀ ਆ, ਜਿਹਦੇ ਵਾਸਤੇ ਸਾਨੂੰ ਅੱਜ 5 ਦਸ਼ਕ ਹੋ ਗਏ ਲੜਦਿਆਂ ਨੂੰ, ਮਰਦਿਆਂ ਨੂੰ। ਬਹੁਤ ਵੱਡਾ ਸਿੱਖੀ ਦਾ ਨੁਕਸਾਨ ਔਰ ਪੰਜਾਬ ਦੇ ਸਾਡੇ ਬੱਚਿਆਂ ਦਾ ਹੋਇਆ। ਫਿਰ ਉਹ ਵੀ ਮਸਲੇ ਹੱਲ ਕਰਨ, ਜਿਹੜੇ ਕਾਂਗਰਸ ਨੇ ਨਹੀਂ ਕੀਤੀ ਉਹ ਵੀ ਹੱਲ ਕਰਨ। ਤੁਹਾਡੇ ਕਿਸਾਨ ਬੀਜੇਪੀ ਦਾ ਹਮੇਸ਼ਾ ਵਿਰੋਧ ਕਰਨਗੇ ਹੁਣ? नहीं ऐसा कुछ नहीं। अजय फिलहाल ਜਿਹੜਾ ਮੰਤਰੀ ਆ ਟੈਨੀ ਮਿਸ਼ਰਾ, ਅੱਛਾ ਅਜੇ ਜੇ ਟੈਨੀ ਦੀ ਬਰਖਾਸਤਗੀ ਹੋ ਜਾਂਦੀ ਹੈ ਫਿਰ ਤੁਹਾਡਾ ਕੀ ਅਗਲਾ? ਦੇਖੋ ਜੀ ਫਿਰ ਸਾਡਾ ਕਮ ਸੇ ਕਮ ਇੰਨਾ ਹੈ ਕਿ ਫਿਰ ਯੁੱਧ ਵਿਰਾਮ ਤਾਂ ਅਸੀਂ ਕਰ ਸਕਦੇ ਆ ਨਾ ਇਹਨਾਂ ਨਾਲ,
ਜੇ ਸਾਡਾ ਸਮਝੌਤਾ ਨਹੀਂ ਹੁੰਦਾ ਤਾਂ ਯੁੱਧ ਬਰਾਂ ਆਪਦੇ ਘਰ ਰਹਿਣਗੇ ਨਹੀਂ, ਆਪਦੇ ਫਿਰ ਰਹਿਣਗੇ। ਕਿਸਾਨਾਂ ਦੀ ਆਪੋ ਆਪਣੀ ਮਰਜ਼ੀ, ਜਿਹੜੀ ਮਰਜ਼ੀ ਪਾਰਟੀ ਫਿਰ ਜਾਣ। ਫਿਰ ਕੀ ਹੈ, ਜਦੋਂ ਸਾਡੇ ਮਸਲੇ ਖਤਮ ਹੋ ਜਾਣਗੇ ਉਦੋਂ ਬਾਅਦ ਤਾਂ ਫਰੀ ਹੈ। ਫਿਰ ਅਗਰ ਕਿਸੇ ਦੇ ਮਨਚਾ ਹੈ ਤੇ ਉੱਤੇ ਚਲੇ ਜਾਏ। ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ, ਕਿਸਾਨ ਇਕੱਠੇ ਹੋਏ ਨੇ। ਕਹਿੰਦੇ ਆ ਕਿ ਮਨਜਿੰਦਰ ਸਿੰਘ ਸਿਰਸਾ ਦੀ ਤਸਵੀਰ ਨੂੰ ਜਿਹੜੀ ਇਹ ਕਾਲਕਪੋਤ ਨਹੀਂ ਹੈ ਤੇ ਭਾਵੇਂ ਮਸਲੇ ਹੱਲ ਹੋ ਚੁੱਕੇ ਨੇ, ਲੇਕਿਨ ਕਈ ਕਹਿੰਦੇ ਆ ਜੇ ਜਿਵੇਂ ਲਖੀਮਪੁਰ ਘਟਨਾ ਦਾ ਜਿਹੜਾ ਦੋਸ਼ੀ ਜਿਹਨੂੰ ਕਿਹਾ ਜਾ ਰਿਹਾ ਬਹੁਤ ਵੱਡਾ ਦੋਸ਼ੀ ਅਜੇ ਮਿਸ਼ਰਾ ਟੈਨੀ, ਉਹਦੀ ਅਜੇ ਬਰਖਾਸਤਗੀ ਨਹੀਂ ਹੋਈ ਹੈ। ਸੋ ਉਹਨੂੰ ਲੈ ਕੇ ਰੋਸ਼ ਪਾਇਆ ਜਾ ਰਿਹਾ। ਗੱਲਬਾਤ ਹੋਰ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਜੀ ਵਾਹਿ ਖਾਲਸਾ ਵਾਹਿ ਫਤਿਹ। ਕੀ ਨਾਮ ਭਾਈ ਤੁਹਾਡਾ? ਮੇਰਾ ਬਲਦੀਸ਼ ਹੈ। ਤੁਸੀਂ ਵੀ ਅੱਜ ਆਇਓ ਕਾਲਕਪੁਰ? ਹਾਂਜੀ, ਕਿਸ ਗੱਲ ਨੂੰ ਰੋਸ਼ ਹੈ? ਬਾਕੀ ਇਹ ਦੱਸਣਗੇ ਸਾਰੇ ਸਾਡੇ ਕਮੇਟੀ ਵਾਲੇ। ਸੋ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਇਸ ਵੇਲੇ ਕਿਸਾਨ ਇਕੱਠੇ ਹੋ ਰਹੇ ਨੇ। ਕਹਿੰਦੇ ਆ ਕਿ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਹੈ ਇਹ ਤਸਵੀਰ ਇੱਥੇ ਲੱਗੀ ਹੋਈ ਹੈ, ਉਹਨੂੰ ਕਾਲਕਪੋਤ ਨਹੀਂ ਹੈ। ਸੋ ਤਿਆਰੀ ਕੀਤੀ ਜਾ ਰਹੀ, ਹੋਰ ਵੱਡਾ ਇਕੱਠ ਹੋ ਰਿਹਾ। ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਰਕਸ਼ਪਾਲ ਸਿੰਘ ਜੀ ਜੁੜੇ ਹੋਏ ਨੇ ਸਾਡੇ ਨਾਲ, ਬਹੁਤ ਐਕਟਿਵ ਆਗੂ ਇੱਥੇ ਦੇ ਇਸ ਇਲਾਕੇ ਦੇ ਆ। ਭਾਜੀ ਵਾਹਿ ਖਾਲਸਾ ਵਾਹਿ ਫਤਿਹ। ਭਾਜੀ ਕਾਲਕਪੋਤਾਂ ਦੀ ਤਿਆਰੀ ਕਰ ਰਹੇ ਹੋ, ਕਿਸ ਚੀਜ਼ ਨੂੰ ਲੈ ਕੇ? ਸਿਰਸਾ ਜੀ ਨੇ ਸਿੱਖ ਪੰਥ ਦੇ ਨਾਲ ਬਹੁਤ ਤਗੜੀ ਗੱਦਾਰੀ ਕੀਤੀ ਹੈ। ਉਹਨਾਂ ਨੂੰ ਇਸ ਤਰੀਕੇ ਦੇ ਨਾਲ ਭਾਜਪਾ ਪਾਰਟੀ ਦੇ ਨਾਲ ਨਹੀਂ ਆਉਣਾ ਚਾਹੀਦਾ ਹੈ। ਜਿਹੜੇ ਨੇ ਲਗਾਤਾਰ ਕਿਸਾਨਾਂ ਦੇ ਨਾਲ ਪਹਿਲਾਂ ਸਾਡੇ ਨਾਲ ਰਹੇ, ਹੁਣ ਉਹਨਾਂ ਨੇ ਬਿਲਕੁਲ ਹੀ ਉਹਦੇ ਨਾਲ ਕਿਸਾਨਾਂ ਦੇ ਨਾਲ ਜਾ ਕੇ ਆਪਣੇ ਪਤਾ ਨਹੀਂ ਕੀ ਕੋਈ ਦੋਸ਼ ਉਹਨਾਂ ਦੇ ਤੇ ਸੀ। ਨਹੀਂ, ਜੋ ਉਹਨਾਂ ਨੇ ਯੋਗਦਾਨ ਦਿੱਤਾ, ਭਾਵੇਂ ਕਿਸਾਨੀ ਅੰਦੋਲਨ ਜਿਵੇਂ ਉਹਨਾਂ ਦੀ ਸ਼ਮੂਲੀਅਤ ਰਹੀ ਹੈ, ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ। ਭਾਵੇਂ ਜਿਹੜੇ ਸਾਡੇ ਕਿਸਾਨ 26 ਜਨਵਰੀ ਤੋਂ ਬਾਅਦ ਜੇਲ੍ਹਾਂ ਵਿੱਚ ਭਰ ਦਿੱਤੇ ਗਏ ਸੀ, ਉਹਨਾਂ ਦੀ ਰਿਹਾਈ ਲਈ ਬੜਾ ਵਧੀਆ ਪ੍ਰਯਾਸ ਉਹਨਾਂ ਦਾ ਰਿਹਾ। ਲੇਕਿਨ ਲਾਸਟ ਮੂਵਮੈਂਟ ਤੇ ਆ ਕੇ ਭਾਵੇਂ ਉਹ ਭਾਜਪਾ 'ਚ ਸ਼ਾਮਲ ਹੋਏ ਨੇ, ਲੇਕਿਨ ਕਿਸੇ ਨਾ ਕਿਸੇ ਪਾਰਟੀ ਵਿੱਚ ਤਾਂ ਹਰ ਬੰਦੇ ਨੂੰ ਜਾਣਾ ਹੀ ਹੈ ਨਾ। ਨਹੀਂ ਤਾਂ ਭਾਜਪਾ 'ਚ ਨਹੀਂ ਜਾਂਦਾ। ਕਿਸਾਨ ਲੋਕ ਭਾਜਪਾ 'ਚ ਕਿਵੇਂ ਚੱਲ ਜਾਣਗੇ? ਅਸੀਂ ਭੁੱਲ ਜਾਵਾਂਗੇ ਇਹਨਾਂ ਨੂੰ ਕਿੰਨੇ 700 ਸ਼ਹੀਦ ਸਾਡੇ ਹੋਏ ਜਿਹੜੇ ਜੇ ਕਿਸਾਨ ਹੁਣ ਅੰਦੋਲਨ ਜਿਵੇਂ ਜਿਨ੍ਹਾਂ ਨੇ ਸਾਰੇ ਕਿਹਾ ਕਿ- ਮਸਲੇ ਜੇ ਹੱਲ ਹੋ ਰਹੇ ਨੇ ਤੇ ਕੀ ਕਿਸਾਨ ਤਾਂ ਵੀ ਭਾਜਪਾ ਦਾ ਵਿਰੋਧ ਕਰਨਗੇ? ਨਾ, ਉਹਦੇ ਬਾਅਦ ਵੀ ਭਾਜਪਾ ਦੇ ਵਿਰੋਧ ਕਰਾਂਗੇ, ਕਿਉਂਕਿ ਇਹ ਕਾਲੇ ਕਾਨੂੰਨ ਸੰਯੁਕਤ ਕਿਸਾਨ ਮੋਰਚਾ ਨੂੰ ਕੋਈ ਐਸੀ ਕੋਈ ਉਹ ਕਾਲ ਤੇ ਨਹੀਂ ਹੈਗੀ ਕੋਈ ਕਿ ਅਗਰ ਮਸਲੇ ਹੱਲ ਹੋ ਜਾਂਦੇ ਨੇ ਤੇ ਉਹਦੇ ਬਾਅਦ ਵੀ ਤੁਸੀਂ ਭਾਜਪਾ ਦਾ ਵਿਰੋਧ ਕਰੋਗੇ? ਤਾਂ ਸਿੱਖ ਸੰਗਤ ਵਿੱਚ 700 ਬੰਦਾ ਸਾਡਾ ਸ਼ਹੀਦ ਹੋ ਗਿਆ, ਅਸੀਂ ਉਹਨਾਂ ਨੂੰ ਕਿਤਨਾ ਭੁੱਲ ਜਾਈਏ? ਉਹ ਸਾਡੇ ਵਾਪਸ ਆ ਸਕਦੇ? ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛੋ ਕੀ ਹਾਲਾਤ ਨੇ, ਕਿਸ ਤਰੀਕੇ ਦੇ ਨਾਲ ਲਗਾਤਾਰ 1 ਸਾਲ ਗਰਮੀ ਸਰਦੀ ਠੰਡ ਦੇ ਵਿੱਚ ਅਸੀਂ ਕਿਵੇਂ ਜਾ ਕੇ ਤਪੱਸਿਆ ਕੀਤੀ, ਫਿਰ ਜਾ ਕੇ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਤੁਹਾਡੀ ਗੱਲ ਠੀਕ ਹੈ। ਜਿਵੇਂ ਜੀ ਮੰਗਾਂ ਨੇ ਕਿਸਾਨਾਂ ਦੀਆਂ ਸਾਰੀ ਲਗਭਗ ਮੰਗਾਂ ਮੰਨ ਲਈਆਂ ਗਈਆਂ ਨੇ। ਮੁਆਵਜ਼ੇ ਦੀ ਮੰਗ ਸੀ, ਮੁਕੱਦਮਿਆਂ ਦੀ ਮੰਗ ਸੀ ਤੇ ਮਾਫੀ ਕ੍ਰਿਸ਼ੀ ਕਾਨੂੰਨ ਵੀ ਰੱਦ ਕਰ ਦਿੱਤੇ ਗਏ। ਹਾਲਾਂਕਿ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਅੰਦੋਲਨ ਦੇ ਨਾਲ ਕਾਨੂੰਨ ਰੱਦ ਹੋਏ ਨੇ। ਇੱਕ ਮੰਗ ਸ਼ਾਇਦ ਮੇਰੇ ਖਿਆਲ ਰਹਿ ਗਈ ਹੈ, ਜਿਹੜੀ ਅਜੇ ਮਿਸ਼ਰਾ ਟੈਨੀ ਬਰਖਾਸਤਗੀ ਹੋ ਜਾਏ। ਜੇ ਉਹਦੀ ਵੀ ਬਰਖਾਸਤਗੀ ਹੋ ਜਾਂਦੀ ਉਹਦੇ ਬਾਅਦ ਵੀ ਤੁਸੀਂ ਫਿਰ ਵਿਰੋਧ ਕਰੋਗੇ? ਹਾਂ, ਅਸੀਂ ਬੀਜੇਪੀ ਦਾ ਕਿਸਾਨ ਜਥੇਬੰਦੀਆਂ ਸਾਰੇ ਵਿਰੋਧ ਕਰਨਗੀਆਂ। ਬੀਜੇਪੀ ਤੋਂ ਇਲਾਵਾ ਕਿਸੇ ਨੂੰ ਵੀ ਆਪ ਵੋਟ ਪਾ ਤੇ ਸਕਦੇ। ਫਿਰ ਕਿਹਨੂੰ ਵੋਟ ਪਾਓਗੇ? ਮਤਲਬ ਕਿਸਾਨ ਕਿਹਨੂੰ ਅਪੀਲ? ਕਿਉਂਕਿ ਵੇਖੋ ਤੁਹਾਡੇ ਸਾਹਮਣੇ ਫਿਰ ਕਿਹੜੀ ਵਧੀਆ ਪਾਰਟੀ ਹੈ? ਵੇਖੋ ਜੀ, ਜਿਹੜਾ ਮਜ਼ਬੂਤ ਕੈਂਡੀਡੇਟ ਜਿਹਦੇ ਤੇ ਤੁਹਾਨੂੰ ਇਹ ਵਿਸ਼ਵਾਸ ਹੁੰਦਾ ਹੈ ਜੇ ਸੱਤਾ ਵਿੱਚ ਆਏ, ਇਹ ਕਦੇ ਕਿਸਾਨ ਸਮਾਜ ਨਾਲ ਗੱਦਾਰੀ ਨਹੀਂ ਕਰੇਗਾ। ਤੁਹਾਡੇ ਸਾਹਮਣੇ ਫਿਰ ਕਿਹੜੀ ਪਾਰਟੀ ਠੀਕ ਹੈ? ਤੁਸੀਂ ਕਹਿੰਦੇ ਹੋ ਕਿ ਬੀਜੇਪੀ ਖਰਾਬ ਹੈ। ਬੀਜੇਪੀ ਨੇ, ਚਲੋ ਅਸੀਂ ਇੱਕ ਨਿਰਪੱਖ ਪੱਤਰਕਾਰਤਾ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ। ਵੇਖੋ ਤੁਹਾਡੀਆਂ ਜਿਹੜੀਆਂ ਮੰਗਾਂ ਸੀ ਕਿਸਾਨਾਂ ਦੀਆਂ, ਸਾਰੀਆਂ ਮੰਗਾਂ ਲਗਭਗ ਮੰਨ ਲਈਆਂ ਗਈਆਂ ਨੇ। ਖਾਲੀ ਇੱਕ ਮੰਗ ਰਹਿ ਗਈ ਅਜੇ ਮਿਸ਼ਰਾ ਟੈਨੀ ਦੀ, ਠੀਕ ਹੈ? ਜੇ ਉਹ ਵੀ ਮੰਨ ਲਈ ਜਾਂਦੀ ਹੈ ਤੇ ਫਿਰ ਤੁਸੀਂ ਕਿਹਨੂੰ ਕਹੋਗੇ? ਫਿਰ ਕਿਹਨੂੰ ਵੋਟ ਪਾਈਏ? ਵੀ ਅਗਰ ਮੰਨ ਲਓ ਬੀਜੇਪੀ ਖਰਾਬ ਹੈ ਤੇ ਸਾਡੇ ਵਾਸਤੇ ਸਹੀ ਕਿਹੜਾ ਹੈ? ਵੀ ਕਿਸਾਨਾਂ ਵਾਸਤੇ ਫਿਰ ਸਹੀ ਕੰਮ ਕਿੰਨੇ ਕੀਤਾ, ਇਹ ਵੀ ਤਾਂ ਦੱਸੋ ਤੁਸੀਂ ਨਾ। ਤੁਹਾਡੇ ਕੋਲ ਆਪਸ਼ਨ ਕੀ ਹੈ? ਵੇਖੋ ਜੀ, ਮੈਂ ਇਹ ਚਾਹਨਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣ ਰਿਹਾ ਹੈ ਦੇਖੋ ਕਮੇਟੀ, ਜੀ ਉਹ ਸਾਹਮਣੇ ਤੁਸੀਂ ਤਸਵੀਰਾਂ ਦੇਖੋ, ਕਾਲਕਪੋਤੀ ਜਾ ਰਹੀ ਹੈ। ਇਹ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾ ਰਹੀਆਂ ਨੇ ਗਦਰਪੁਰ ਤੋਂ। ਇਹ ਵਿਕਰਮ ਸਿੰਘ ਗਰੋਇਆ ਜਿਹੜੇ ਨੇ ਕਿਸਾਨ ਸੰਗਠਨ ਹੈ, ਜ਼ਿਲ੍ਹਾ ਅਧਿਕਸ਼ ਹੈ, ਇਹ ਕਾਲਕਪੋਤ ਰਹੇ ਨੇ। ਇਹ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾ ਰਹੀਆਂ ਨੇ ਗਦਰਪੁਰ ਤੋਂ। ਤੁਹਾਡੀ ਕੀ ਰਾਏ ਹੈ ਇਹਦੇ ਵਿੱਚ? ਤੁਸੀਂ ਆਪਣੇ ਕਮੈਂਟ ਜ਼ਰੂਰ ਕਰੋ। ਇਹ ਜੋ ਕੀਤਾ ਜਾ ਰਿਹਾ ਤੁਹਾਡੇ ਹਿਸਾਬ ਨਾਲ ਕੀ ਮਨਜਿੰਦਰ ਸਿੰਘ ਸਿਰਸਾ ਨੇ ਜੋ ਕੰਮ ਕੀਤਾ ਉਹ ਠੀਕ ਹੈ ਜਾਂ ਗਲਤ ਹੈ? ਤੁਸੀਂ ਆਪੋ ਆਪਣੀ ਰਾਏ ਦੇ ਕਮੈਂਟ ਕਰ ਸਕਦੇ ਹੋ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ। ਸੋ ਇਹ ਵੱਡੀ ਖਬਰ ਉੱਤਰਾਖੰਡ ਦੇ ਗਦਰਪੁਰ ਤੋਂ ਆ ਰਹੀ ਹੈ, ਜਿੱਥੇ ਮਨਜਿੰਦਰ ਸਿੰਘ ਸਿਰਸਾ ਦੇ ਪੋਸਟਰ ਨੂੰ ਕਾਲਕਪੋਤੀ ਜਾ ਰਹੀ ਹੈ ਕਿਸਾਨਾਂ ਵੱਲੋਂ। ਇਹ ਲਾਈਵ ਤਸਵੀਰ ਤੁਹਾਡੇ ਸਾਹਮਣੇ ਇਸ ਵੇਲੇ ਪੇਸ਼ ਕੀਤੀ ਜਾ ਰਹੀ ਹੈ। ਬੋਲੇ ਸੋ ਨਿਹਾਲ, किसान एकता ਜਿੰਦਾਬਾਦ, किसान एकता जिंदाबाद। किसान मजदूर एक ਸੋ ਇਹ ਲਾਈਵ ਤਸਵੀਰ ਸਿੱਧਾ गद्दारों का मुंह काला करो गद्दारों का मुंह ਕਾਲਾ ਕਰੋ, गद्दारों का मुंह ਕਾਲਾ ਕਰੋ। ਸੋ ਦਿੱਲੀ ਕਮੇਟੀ ਦੇ ਜਿਹੜੇ ਪੂਰਵ ਅਧਿਕਸ਼ ਉਹਨਾਂ ਦੇ ਪੋਸਟਰ ਨੂੰ ਕਾਲਕਪੋਤੀ ਜਾ ਰਹੀ ਹੈ। ਉੱਤਰਾਖੰਡ ਦੇ ਗਦਰਪੁਰ ਤੋਂ ਇਹ ਸਿੱਧਾ ਲਾਈਵ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ।
ਕਿਸਾਨਾਂ ਵੱਲੋਂ। संयुक्त किसान मोर्चा जिंदाबाद, संयुक्त किसान मोर्चा जिंदाबाद, किसान मजदूर एकता जिंदाबाद। ਸੋ ਹੋਰ ਵੀ ਕਿਸਾਨ ਥੱਲੇ ਇਕੱਠੇ ਹੋ ਰਹੇ ਨੇ, ਕਿਸਾਨਾਂ ਦੀ ਸੰਖਿਆ ਵਧਦੀ ਜਾ ਰਹੀ ਹੈ। ਸੋ ਇਹ ਲਾਈਵ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ ਉੱਤਰਾਖੰਡ ਦੇ ਗਦਰਪੁਰ ਤੋਂ, ਜਿੱਥੇ ਮਨਜਿੰਦਰ ਸਿੰਘ ਸਿਰਸਾ ਦੇ ਮੂੰਹ ਤੇ ਪੋਸਟਰ ਤੇ ਕਾਲਕ ਪੋਤੀ ਜਾ ਰਹੀ ਹੈ। ਸੋ ਇਹ ਜਿਨ੍ਹਾਂ ਨੇ ਕਾਲਕ ਪੋਤੀ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਵਾਲ ਰਹਿ ਗਿਆ। ਸੋ ਇਹ ਲਾਈਵ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਅਸੀਂ। ਹਾਂਜੀ ਭਾਜੀ, ਤੁਸੀਂ ਦੱਸ ਰਹੇ ਸੀ ਤੁਹਾਡਾ ਸਵਾਲ ਰਹਿ ਗਿਆ ਸੀ ਵੀ ਕਿਸਾਨ ਲੋਕ ਜਿਹੜੇ ਨੇ ਮਸਲੇ ਹੱਲ ਹੋਣ ਤੋਂ ਬਾਅਦ ਕਿਹਨੂੰ ਵੋਟ ਪਾਣ। ਮੈਂ ਇਹ ਕਹਿੰਦਾ ਬੀਜੇਪੀ ਨੂੰ ਵੋਟ ਨਾ ਪਾਣ ਦੇ ਕੁਝ ਵੱਡੇ ਕਾਰਨ ਨੇ। ਵੱਡਾ ਕਾਰਨ ਇਹ ਹੈ, ਜਿਸ ਤਰ੍ਹਾਂ ਅਜੇ ਮਿਸ਼ਰਾ ਟੈਨੀ ਨੇ ਗੱਡੀ ਚੜਾਈ ਹੈ, ਉਹ ਵਾਕਿਆ ਕੌਣ ਭੁੱਲ ਸਕਦਾ ਹੈ? ਭਾਵੇਂ ਮਸਲੇ ਹੱਲ ਹੋ ਜਾਣ, ਇੱਕ ਨੈਗੋਸ਼ੀਏਸ਼ਨ ਹੋ ਜਾਏ ਵੀ ਕਿਸਾਨ ਸੰਗਠਨ ਜਿਹੜੇ ਨੇ ਅੰਦੋਲਨ ਖਤਮ ਕਰ ਦੇਣਗੇ, ਪਰ ਜਿਹੜੇ ਸਾਡੀ ਆਂਦਰਾਂ ਵਿੱਚੋਂ ਨਵਰੀਤ ਦੀ ਜਦੋਂ ਸ਼ਹਾਦਤ ਅਸੀਂ ਵੇਖੀ ਆਪਣੇ ਸਾਹਮਣੇ ਡਿਬਡਿਬਾ ਪਿੰਡ ਦੇ ਵਿੱਚ, ਜਦੋਂ ਅਸੀਂ ਬਾਬਾ ਕਸ਼ਮੀਰ ਸਿੰਘ ਜੀ ਨੂੰ ਵੇਖਿਆ ਪਸ਼ੀਆਪੁਰ ਤੋਂ, ਜਿਹੜੇ ਉੱਥੇ ਸ਼ਹਾਦਤ ਪਾ ਗਏ ਨੇ, ਉਹ ਕਿਵੇਂ ਭੁੱਲ ਜਾਣਗੇ? ਕਿਸੇ ਦੇ ਘਰ ਦਾ ਕੋਈ ਜੀ ਖਤਮ ਹੋ ਕਾਂਗਰਸ ਤੇ ਵੀ ਤਾਂ ਵੱਡੇ ਇਲਜ਼ਾਮ ਨੇ, ਉਹਨਾਂ ਵੀ ਹਜ਼ਾਰਾਂ ਨੌਜਵਾਨ ਸਿੱਖਾਂ ਨੂੰ ਮਾਰਿਆ। ਇੱਕ ਹੀ ਜਵਾਬ ਹੈ, ਕਾਂਗਰਸ ਨੇ 1984 ਦੇ ਵਿੱਚ ਸਿੱਖਾਂ ਨੂੰ ਮਾਰਿਆ ਹੈ, ਅਸੀਂ ਮੰਨਦੇ ਹਾਂ, ਪਰ ਜਿਹੜੇ ਬੀਜੇਪੀ ਆਰਐਸਐਸ ਹੈ ਇਹ ਸਿੱਖੀ ਨੂੰ ਲਗਾਤਾਰ ਮਾਰ ਰਹੀ ਹੈ। ਵਿਕਰਮ ਸਿੰਘ ਗੁਰਾਇਆ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਗੁਰਾਇਆ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਕਾਲਕ ਪੋਤੀ ਹੈ, ਕੀ ਕਾਰਨ ਹੈ? ਵੇਖੋ ਜੀ, ਇਹ ਉਹੀ ਮਨਜਿੰਦਰ ਸਿੰਘ ਸਿਰਸਾ ਹੈ ਜਿਨਨੇ ਸਾਲ ਭਰ ਸਾਡੇ ਕਿਸਾਨਾਂ ਦੇ ਹੱਕ 'ਚ ਖਲੋਤਾ ਸੀ, ਆਵਾਜ਼ ਬੁਲੰਦ ਕੀਤੀ ਸੀ, ਸਾਡੇ ਨਾਲ ਇੱਥੋਂ ਗਿਆ ਵੀ ਸੀ। ਲੇਕਿਨ ਅੱਜ ਅਚਾਨਕ ਇਹਨੇ ਪਾਲਾ ਬਦਲ ਲਿਆ ਔਰ ਸਾਡੀਆਂ ਕਿਸਾਨਾਂ ਦੀਆਂ, ਸਿੱਖਾਂ ਦੀਆਂ ਭਾਵਨਾਵਾਂ ਨੂੰ ਇਹ ਲੱਤ ਮਾਰ ਕੇ ਉਸ ਪਾਰਟੀ ਦੇ ਨਾਲ ਚਲਾ ਗਿਆ, ਜਿਸ ਪਾਰਟੀ ਦੇ ਕਰਕੇ, ਜਿਸ ਪ੍ਰਧਾਨ ਮੰਤਰੀ ਦੇ ਕਰਕੇ ਸਾਡੇ 700 ਕਿਸਾਨ ਸ਼ਹੀਦ ਹੋ ਗਏ। 4 ਕਿਸਾਨ ਤੇ ਇੱਕ ਪੱਤਰਕਾਰ ਨੂੰ ਲਖੀਮਪੁਰ ਖੀਰੀ ਦੇ ਗੱਡੀ ਦੇ ਵਿੱਚ ਕੁਚਲ ਦਿੱਤਾ ਜਾਂਦਾ ਹੈ। ਔਰ ਕੀ ਗੱਲ, ਇਹਨੂੰ ਉਦੋਂ ਨਹੀਂ ਸੀ ਪਤਾ, ਜੇ ਜਾਣਾ ਸੀ ਤੇ ਪਹਿਲਾਂ ਚਲੇ ਜਾਂਦਾ। ਤੇ ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਦਾ ਕੌਮ ਨੂੰ ਬਹੁਤ ਵੱਡਾ ਯੋਗਦਾਨ ਕਿਹਾ ਜਾਂਦਾ ਹੈ ਕਿ ਉਹਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਭਾਵੇਂ ਪਿਛਲੇ ਦੌਰਾਨ ਆਪਾਂ ਵੇਖਿਆ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਵੀ ਸਿੱਖਾਂ ਦੇ ਉੱਤੇ ਕੋਈ ਗੱਲ ਬਣੀ ਹੈ ਤੇ ਬਿਲਕੁਲ ਹਿੱਕ ਤਾਣ ਕੇ ਉੱਥੇ ਪਹੁੰਚੇ ਨੇ, ਤੇ ਉਹ ਸਾਰੀਆਂ ਗੱਲਾਂ ਆਪਾਂ ਦਰਕਰਾਰ ਕਰਤੀਆਂ। ਵੇਖੋ ਗੱਲ ਸੁਣੋ, ਬੀਜੇਪੀ ਨੇ ਕਿਤੇ ਨਾ ਕਿਤੇ ਇਸੇ ਚੀਜ਼ ਨੂੰ ਵੇਖ ਕੇ ਉਸ ਬੰਦੇ ਨੂੰ ਆਪਣੇ ਵਿੱਚ ਰਲਾਇਆ ਕਿ ਇਹਨੇ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ ਹੈ। ਠੀਕ ਹੈ, ਅਸੀਂ ਵੀ ਮੰਨਦੇ ਹਾਂ ਬਹੁਤ ਕੁਝ ਕੀਤਾ, ਲੇਕਿਨ ਉਸ ਕੀਤੀ ਕਰਾਈ ਮਿਹਨਤ ਨੂੰ ਅੱਜ ਉਹਨੇ ਮਿੰਟਾਂ 'ਚ ਖੂਚ ਪਾ ਦਿੱਤਾ ਉਸ ਪਾਰਟੀ ਕਰਕੇ। ਉਹਨੇ ਨਹੀਂ ਵੇਖਿਆ ਕਿ 700 ਕਿਸਾਨ ਹੁਣ ਮਰ ਗਏ ਨੇ। ਬੀਜੇਪੀ ਵਿੱਚ ਕਈ ਸਿੱਖ ਜਾਣਗੇ, ਕਈ ਕਿਸਾਨ ਵੀ ਜਾਣਗੇ, ਤੁਹਾਡੇ ਕਹਿਣ ਮੁਤਾਬਕ ਸਾਰੇ ਗੱਦਾਰ ਨੇ। ਫਿਰ ਵੇਖੋ ਜੀ, ਜਿਸ ਪਾਰਟੀ ਕਰਕੇ ਸਾਨੂੰ 1 ਸਾਲ ਸੜਕਾਂ ਦੇ ਉੱਤੇ ਸੋਣਾ ਪਿਆ, ਨੰਗੀ ਸੜਕ ਦੇ ਉੱਤੇ ਆਪਾਂ ਨੂੰ ਠੰਡ ਦੇ ਵਿੱਚ ਸੋਣਾ ਪਿਆ, ਗਰਮੀਆਂ ਦੀ ਵਿੱਚ ਕੜਕੜਾਂ ਦੇ ਸਾਡੇ ਬਜ਼ੁਰਗਾਂ ਦੇ ਹਾਰਟ ਅਟੈਕ ਹੋ ਕੇ 700 ਬੰਦਾ ਮਰਿਆ, ਸਾਨੂੰ ਉੱਥੇ ਹਰ ਚੀਜ਼ ਦਾ ਨਾਲ ਸਾਹਮਣਾ ਕਰਨਾ ਪਿਆ। ਵੀ ਵੇਖੋ, ਇੱਕ ਇਹ ਵੀ ਤਾਂ ਇਤਿਹਾਸ ਹੈ ਨਾ, ਕਿਸੇ ਅੰਦੋਲਨ ਕਰਕੇ ਕਾਨੂੰਨ ਰੱਦ ਕੀਤੇ ਹੋਣ, ਮਾਫੀ ਵੀ ਮੰਗੀ ਹੈ, ਰੱਦ ਵੀ ਕਰ ਦਿੱਤੇ ਗਏ, ਮੁਆਵਜ਼ੇ ਦੀ ਵੀ ਮੰਗ ਉਹ ਜਿਹਨਾਂ ਨੇ ਮੰਨ ਲਈ ਹੈ, ਮੁਕੱਦਮੇ ਵੀ ਸਾਰੇ ਰੱਦ ਕੀਤੇ ਜਾ ਰਹੇ ਨੇ। ਅਜੇ ਮਿਸ਼ਰਾ ਟੈਨੀ ਦੀ ਬਰਖਾਸਤਗੀ ਰਹਿ ਗਈ ਹੈ, ਉਹ ਵੀ ਜਿੱਥੇ ਤੱਕ ਸਾਨੂੰ ਲੱਗਦਾ ਕਿ ਹੋ ਜਾਏਗੀ, ਤੇ ਉਹਦੇ ਬਾਵਜੂਦ ਫਿਰ ਤੁਸੀਂ ਬੀਜੇਪੀ ਦਾ ਵਿਰੋਧ ਕਰੋਗੇ। ਵੇਖੋ ਜੀ, ਜਿਵੇਂ ਆਂਦੇ ਨੇ ਨਾ ਕਿ ਕਾਂਗਰਸ ਨੇ 84 ਦੇ ਵਿੱਚ ਬਣਾਇਆ ਸੀ, ਆ ਪਿੱਛੇ ਜੇ ਦਿਨਾਂ ਦੇ ਵਿੱਚ ਇੱਥੋਂ ਦਾ ਜਿਹੜਾ ਸਿੱਖਿਆ ਮੰਤਰੀ ਹੈ ਉਹਨੇ ਵੀ ਉਹਦੇ ਵਿੱਚ ਆਪਣੇ ਬਿਆਨ ਦਿੱਤੇ ਨੇ ਕਿ ਕਾਂਗਰਸ ਨੇ 84 ਵਿੱਚ ਸਿੱਖੋਂ ਕੇ ਸਾਥ ਬਹੁਤ ਗਲਤ ਕੀਤਾ। ਉਹ ਜੇ ਉਹਨੇ ਗਲਤ ਕੀਤਾ ਸੀ, ਉਹਦੇ ਵਿੱਚ ਬੰਦੇ ਕੌਣ ਸਨ? ਆਰਐਸਐਸ ਦੇ ਸਨ। ਉਵੇਂ ਹੀ ਅੱਜ ਬੀਜੇਪੀ ਨੇ ਆਪਣਾ ਨੰਬਰ ਵਧਾ ਲਿਆ ਕਾਂਗਰਸ ਦੇ ਨਾਲੋਂ, 750 ਬੰਦੇ ਮਾਰ ਕੇ। ਜੇ ਇਹਨੂੰ ਇੰਨਾ ਹੀ ਹੈਗਾ ਸੀ ਤੇ 1 ਮਹੀਨਾ ਅੰਦੋਲਨ ਜਦੋਂ ਸਟਾਰਟ ਹੋਇਆ, 1 ਮਹੀਨੇ ਬਾਅਦ ਕਿਉਂ ਨਹੀਂ ਇਹਨੇ ਕਾਨੂੰਨ ਵਾਪਸ ਲਏ? 700 ਬੰਦੇ ਮਰਨ ਦਾ ਇੰਤਜ਼ਾਰ ਕੀਤਾ ਇਹਨੇ, ਕਿਉਂ ਕੀਤਾ ਇਹਨੇ? ਦੱਸੋ। ਤੁਹਾਡਾ ਵਿਰੋਧ ਜਾਰੀ ਰਹੇਗਾ ਬੀਜੇਪੀ ਦੇ ਜਾਰੀ ਰਹੇਗਾ। ਬੀਜੇਪੀ ਤੁਸੀਂ ਕਿਹਨੂੰ ਵੋਟ ਪਾਓਗੇ? ਦੇਖੋ ਜੀ, ਮੇਰੀ ਗੱਲ ਸੁਣੋ, ਅਸੀਂ ਵੇਖਾਂਗੇ ਕਿਸਾਨ ਅੱਜ ਕੱਲ ਹਰ ਸਮਰਥਨ ਦੇ ਨਾਲ ਸਰਕਾਰਾਂ ਬਣਦੀਆਂ ਨੇ ਨਾ। ਹੁਣ ਗਦਰਪੁਰ ਦਾ ਕਿਸਾਨ ਜਾਂ ਪੂਰੇ ਦੇਸ਼ ਦਾ ਕਿਸਾਨ ਇੱਕ ਹੋਏਗਾ, ਸਲਾਹ ਕੀਤੀ ਜਾਏਗੀ, ਜਿਹੜਾ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰੇਗਾ ਵੋਟ ਉਹਨੂੰ ਪਾਈ ਜਾਏਗੀ, ਔਰ ਜਿਹੜਾ ਕਿਸਾਨਾਂ ਦੇ ਦੁਸ਼ਮਣ ਹੋਏਗਾ ਜਾਂ ਉਹਦੀ ਗਲਤ ਸੋਚ ਰੱਖੇਗਾ ਉਹਨੂੰ ਬਿਲਕੁਲ ਉਹਦਾ ਬਾਈਕਾਟ ਕੀਤਾ। ਮਤਲਬ ਬੀਜੇਪੀ ਨੂੰ ਨਹੀਂ ਪਾਓਗੇ? ਬੀਜੇਪੀ ਨੂੰ ਭੁੱਲ ਕੇ ਨਹੀਂ ਪਾਵਾਂਗੇ। ਔਰ ਅਸੀਂ ਵੀ ਅਪੀਲ ਕਰਨੇ ਆ ਹਰ ਆਪਣੇ ਸਿੱਖ ਭਰਾ ਨੂੰ, ਪੰਜਾਬੀਆਂ ਨੂੰ ਅਪੀਲ ਕਰਨੇ ਆ, ਜਾਗ ਜਾਓ, ਅਜੇ ਵੀ ਕੁਝ ਨਹੀਂ ਹੋਇਆ। ਹਮੇਸ਼ਾ ਇਹ ਰਾਜਨੀਤੀ ਕਰਦੇ ਆਏ ਨੇ ਔਰ ਇਹਨਾਂ ਨੇ ਕਰਦੇ ਰਹਿਣਾ। ਜੇ ਅਸੀਂ ਇਹਨਾਂ ਦੇ ਹਮੇਸ਼ਾ ਗੁਲਾਮ ਬਣ ਕੇ ਰਹੇ ਤਾਂ ਗੁਲਾਮ ਹੀ ਬਣ ਕੇ ਰਹਿਣਾ ਜੀ। ਸੋ ਬਹੁਤ ਬਹੁਤ ਧੰਨਵਾਦ। ਸੋ ਹਰਵਿੰਦਰ ਸਿੰਘ ਚਾਵਲਾ ਦੇ ਨਾਲ ਤੁਸੀਂ ਦੇਖ ਰਹੇ ਸੀ ਸਿੱਧੀਆਂ ਤਸਵੀਰਾਂ ਗਦਰਪੁਰ ਤੋਂ, ਜਿੱਥੇ ਮਨਜਿੰਦਰ ਸਿੰਘ ਸਿਰਸਾ ਦੇ ਪੋਸਟਰ ਨੂੰ ਕਾਲਕ ਪੋਖ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਰੋਸ ਇੱਥੇ ਪ੍ਰਗਟ ਕੀਤਾ ਗਿਆ ਹੈ।
ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ੇਅਰ ਨੂੰ ਵੱਧ ਤੋਂ ਵੱਧ ਕਰੋ, ਆਪਣੀ ਰਾਏ ਤੁਸੀਂ ਇਹਦੇ ਵਿੱਚ ਜ਼ਰੂਰ ਦਿਓ। ਜੋ ਇਹਨਾਂ ਨੇ ਅੱਜ ਕੀਤਾ ਤੁਹਾਡੇ ਮੁਤਾਬਕ ਉਹ ਠੀਕ ਹੈ ਜਾਂ ਗਲਤ ਹੈ। ਹਰਵਿੰਦਰ ਸਿੰਘ ਚਾਵਲਾ ਦੇ ਨਾਲ ਤੁਸੀਂ ਦੇਖ ਰਹੇ ਸੀ ਸਿੱਖ ਸੰਗਤ ਨਿਊਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।